ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਆਧੁਨਿਕ ਪੰਜਾਬੀ ਕਾਵਿ ਕੀ ਹੈ। ਆਧੁਨਿਕ ਪੰਜਾਬੀ ਕਵਿਤਾ ਦਾ ਆਰੰਭ 19ਵੀਂ ਸਦੀ ਦੇ ਅੱਧ ਤੋਂ ਪਿੱਛੋਂ ਹੁੰਦਾ ਹੈ। ਇਸ ਤੋਂ ਪਹਿਲਾਂ ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ ਅਤੇ ਬੀਰ ਕਾਵਿ ਆਦਿ ਪ੍ਰਮੁੱਖ ਕਾਵਿ ਧਾਰਾਵਾਂ ਹਨ। ਆਧੁਨਿਕ ਪੰਜਾਬੀ ਕਾਵਿ ਉਸ ਕਾਲ ਨਾਲ ਸੰਬੰਧ ਰੱਖਦਾ ਹੈ ਜਦੋਂ ਪੰਜਾਬ ਬਰਤਾਨਵੀ ਹਕੂਮਤ ਦੇ ਅਧੀਨ ਸੀ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀ ਕਵੀਆਂ ਨੇ ਅਹਿਮ ਭੂਮਿਕਾ ਨਿਭਾਈ। ਆਧੁਨਿਕ ਪੰਜਾਬੀ ਕਵਿਤਾ ਦੀ ਰਚਨਾ ਅਤੇ ਵਿਕਾਸ ਦਾ ਆਪਣੇ ਸਮਾਜਿਕ, ਆਰਥਿਕ, ਸਿਆਸੀ ਅਤੇ ਸੱਭਿਆਚਾਰਕ ਵਾਤਾਵਰਣ ਨਾਲ ਹਮੇਸ਼ਾ ਡੂੰਘਾ ਰਿਸ਼ਤਾ ਰਿਹਾ ਹੈ। ਇਸ ਨੇ ਪੰਜਾਬੀ ਕਵਿਤਾ ਨੂੰ ਨਵੀਆਂ ਕਾਵਿ ਦ੍ਰਿਸ਼ਟੀਆਂ ਅਤੇ ਨਵੀਆਂ ਪ੍ਰਵਿਰਤੀਆਂ ਦਿੱਤੀਆਂ ਹਨ। ਅਜੋਕੀ ਪੰਜਾਬੀ ਕਵਿਤਾ ਆਮ ਮਨੁੱਖ ਦੇ ਮਨੋਭਾਵਾਂ ਨਾਲ ਸੰਵਾਦ ਰਚਾਉਂਦੀ ਹੋਈ ਸਮੁੱਚੇ ਬ੍ਰਹਿਮੰਡ ਨੂੰ ਕਲਾਵੇ ਵਿੱਚ ਲੈਣ ਦੀ ਸਮਰੱਥਾ ਰੱਖਦੀ ਹੈ। ਪੰਜਾਬੀ ਕਵਿਤਾ ਲੋਕਮੁਖੀ ਅਤੇ ਲੋਕ ਪੱਖੀ ਹੋਣ ਦਾ ਦਾਅਵਾ ਕਰਦੀ ਹੋਈ ਸਮਕਾਲ ਦੇ ਨਾਲ ਨਾਲ ਤੁਰਦੀ ਰਹੀ ਹੈ। ਮਨੁੱਖ ਦੇ ਕਲਿਆਣ ਲਈ ਅਤੇ ਸਰਬਕਾਲ ਦੀ ਸੁੱਖ ਮੰਗਣ ਲਈ ਪੰਜਾਬੀ ਕਵਿਤਾ ਦਾ ਇਤਿਹਾਸ ਬੜਾ ਹੀ ਗੌਰਵਮਈ ਹੈ। ਭਾਈ ਵੀਰ ਸਿੰਘ ਜੀ ਨੂੰ ਇਸ ਨਵੀਨ ਪੰਜਾਬੀ ਕਵਿਤਾ ਦੇ ਮੋਢੀ ਮੰਨਿਆ ਜਾਂਦਾ ਹੈ। ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਜੀ ਦੇ ਘਰ ਹੋਇਆ। ਆਪ ਨੇ 10ਵੀਂ ਦਾ ਇਮਤਿਹਾਨ ਜ਼ਿਲ੍ਹੇ ਭਰ ਵਿੱਚੋਂ ਪਹਿਲੇ ਦਰਜੇ 'ਤੇ ਰਹਿ ਕੇ ਪਾਸ ਕੀਤਾ। ਆਪ ਨੇ 1898 ਈਸਵੀ ਵਿੱਚ ਖਾਲਸਾ ਸਮਾਚਾਰ ਅਖਬਾਰ ਜਾਰੀ ਕੀਤਾ ਅਤੇ ਇਸ ਤੋਂ 1 ਸਾਲ ਬਾਅਦ ਨਿਰਗੁਣਿਆਰਾ ਟਰੈਕਟ ਜਾਰੀ ਕੀਤਾ। ਭਾਈ ਸਾਹਿਬ ਜੀ ਨੇ 1905 ਈਸਵੀ ਵਿੱਚ ਮਹਾਕਾਵਿ ਰਾਣਾ ਸੂਰਤ ਸਿੰਘ ਲਿਖ ਕੇ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਮਹਾਕਾਵਿ ਲਿਖਣ ਦੀ ਪਹਿਲ ਕੀਤੀ। ਇਸ ਤੋਂ ਇਲਾਵਾ ਭਾਈ ਸਾਹਿਬ ਜੀ ਨੇ ਨਿੱਕੀਆਂ ਕਵਿਤਾਵਾਂ ਲਿਖ ਕੇ ਆਧੁਨਿਕ ਪੰਜਾਬੀ ਕਵਿਤਾ ਦਾ ਪਿੜ ਤਿਆਰ ਕੀਤਾ। ਕਵਿਤਾ ਵਿੱਚ ਭਾਵੇਂ ਉਹਨਾਂ ਦਾ ਵਿਸ਼ਾ ਅਧਿਆਤਮਕ ਅਤੇ ਰਹੱਸਵਾਦੀ ਹੀ ਹੈ, ਪਰ ਆਪ ਜੀ ਦਾ ਅਨੁਭਵ, ਰੂਪ, ਛੰਦ ਪ੍ਰਬੰਧ, ਅਲੰਕਾਰ ਅਤੇ ਕਲਾਕਾਰੀ ਇਸ ਅਧਿਆਤਮਵਾਦ ਨੂੰ ਵੀ ਨਵੇਂ ਢੰਗ ਨਾਲ ਪੇਸ਼ ਕਰਦੇ ਹਨ। ਆਪ ਨੇ ਵਾਰਤਕ ਅਤੇ ਕਵਿਤਾ ਦੋਹਾਂ ਵਿੱਚ ਰਚਨਾ ਕੀਤੀ। ਭਾਈ ਸਾਹਿਬ ਜੀ ਦੀਆਂ ਪ੍ਰਮੁੱਖ ਕਾਵਿ ਰਚਨਾਵਾਂ ਹਨ ਰਾਣਾ ਸੂਰਤ ਸਿੰਘ, ਪ੍ਰੀਤ ਵੀਣਾ, ਲਹਿਰਾਂ ਦੇ ਹਾਰ, ਮਟਕ ਹੁਲਾਰੇ, ਬਿਜਲੀਆਂ ਦੇ ਹਾਰ, ਕੰਬ ਦੀ ਕਲਾਈ ਅਤੇ ਮੇਰੇ ਸਾਈਆਂ ਜੀਓ। ਸਾਡੇ ਪਾਠਕ੍ਰਮ ਵਿੱਚ ਸ਼ਾਮਿਲ ਭਾਈ ਵੀਰ ਸਿੰਘ ਜੀ ਦੀ ਪਹਿਲੀ ਕਵਿਤਾ ਦਾ ਨਾਂ ਹੈ ਪਿੰਜਰੇ ਪਿਆ ਪੰਛੀ। ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਪਿੰਜਰੇ ਪਏ ਪੰਛੀ ਦੀ ਕਰੁਣਾਮਈ ਹਾਲਤ ਅਤੇ ਉਸ ਦੀ ਆਜ਼ਾਦੀ ਦੀ ਇੱਛਾ ਨੂੰ ਵਿਸ਼ਾ ਬਣਾਇਆ ਹੈ। ਪਿੰਜਰੇ ਵਿੱਚ ਪਿਆ ਪੰਛੀ ਪਿੰਜਰੇ ਦੀ ਸਲੋਹਤਾ ਕਰਨ ਵਾਲੇ ਮਨੁੱਖ ਨਾਲ 2-4 ਖਰੀਆਂ ਗੱਲਾਂ ਕਰਦਾ ਹੈ, ਜਿਸ ਨੇ ਉਸ ਉੱਡਣਹਾਰੇ ਪੰਛੀ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ ਹੈ। ਪਿੰਜਰੇ ਵਿੱਚ
ਪਿਆ ਪੰਛੀ ਕਹਿੰਦਾ ਹੈ, ਜ਼ਾਲਮ ਖੜਾ ਹਵਾ ਖੁੱਲੀ ਵਿੱਚ, ਆਖੇ ਪਿੰਜਰਾ ਸੋਹਣਾ। ਵਿੱਚ ਆ ਜਾਵੇਂ ਫਿਰ ਮੈਂ ਪੁੱਛਾਂ, ਕਿੰਨਾ ਹੈ ਮਨ ਮੋਹਣਾ। ਪਰ ਤੋਂ ਹੀਨ ਧਰਾਂ ਦੇ ਕੈਦੀ, ਉਹ ਮੂਰਖ ਦਿਲ ਕਰੜੇ, ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੂਣਾ। ਸਲੋਤਾ ਸ਼ਬਦ ਦਾ ਅਰਥ ਹੈ ਪ੍ਰਸ਼ੰਸਾ। ਜ਼ਾਲਮ ਸ਼ਬਦ ਦਾ ਅਰਥ ਹੈ ਅਤਿਆਚਾਰੀ। ਪਰ ਸ਼ਬਦ ਦਾ ਅਰਥ ਹੈ ਖੰਭ। ਧਰਾ ਦੇ ਸ਼ਬਦ ਦਾ ਅਰਥ ਹੈ ਕਰਦੇ। ਜਿੰਦ ਕੂਣਾ ਭਾਵ ਜਾਨ ਨੂੰ ਮਾਰਨ ਵਾਲਾ। ਪਿੰਜਰੇ ਵਿੱਚ ਪਿਆ ਪੰਛੀ ਪਿੰਜਰੇ ਦੀ ਸਲੋਤਾ ਕਰਨ ਵਾਲੇ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ ਕਿ ਇਹ ਜ਼ਾਲਮ ਪਿੰਜਰੇ ਤੋਂ ਬਾਹਰ ਖੁੱਲ੍ਹੀ ਹਵਾ ਵਿੱਚ ਖੜਾ ਆਖ ਰਿਹਾ ਹੈ ਕਿ ਪਿੰਜਰਾ ਬਹੁਤ ਸੁੰਦਰ ਹੈ, ਪਰੰਤੂ ਜੇਕਰ ਇਹ ਇਸ ਦੇ ਅੰਦਰ ਆ ਕੇ ਮੇਰੇ ਵਾਂਗ ਇਸ ਵਿੱਚ ਪਵੇ, ਫਿਰ ਮੈਂ ਪੁੱਛਾਂਗਾ ਕਿ ਹੁਣ ਦੱਸ ਭਾਈ, ਇਹ ਕਿੰਨਾ ਕੁ ਮਨ ਮੋਹਣਾ ਹੈ। ਹੇ ਮੂਰਖ ਅਤੇ ਕਰੜੇ ਦਿਲ ਵਾਲੇ ਮਨੁੱਖ, ਤੂੰ ਮੈਨੂੰ ਇਸ ਪਿੰਜਰੇ ਵਿੱਚ ਕੈਦ ਕਰਕੇ ਮੈਨੂੰ ਖੰਭਹੀਨ ਬਣਾ ਦਿੱਤਾ ਹੈ। ਇਹ ਪਿੰਜਰਾ ਤਾਂ ਉੱਡਣ ਹਾਰੇ ਪੰਛੀ ਲਈ ਜਾਨ ਨੂੰ ਮਾਰਨ ਵਾਲੀ ਚੀਜ਼ ਹੈ। ਜ਼ਾਲਮ ਨੂੰ ਰੰਗ ਸੋਹਣਾ ਲੱਗਾ, ਮਿੱਠੀ ਲੱਗੀ ਬਾਣੀ, ਵਾਹ ਵਾਹ ਕਦਰ ਗੁਣਾਂ ਦੀ ਪਾਈ, ਛੈਕੇ ਜਾਲੀ ਤਾਣੀ, ਪਕੜ ਪਿੰਜਰੇ ਪਾਏ ਵਿਛੋੜਿਆ, ਸਾਕ ਸਨੇਹੀਆਂ ਨਾਲੋਂ ਭੱਠ ਪਵੇ, ਇਹ ਕਦਰ ਤੁਹਾਡੀ ਖੇ ਇਸ ਯਾਰੀ ਲਾਣੀ। ਬਾਣੀ ਸ਼ਬਦ ਦਾ ਅਰਥ ਹੈ ਆਵਾਜ਼। ਛੈਕੇ ਸ਼ਬਦ ਦਾ ਅਰਥ ਹੈ ਲੁਕ ਕੇ। ਪਿੰਜਰੇ ਵਿੱਚ ਪਿਆ ਪੰਛੀ ਬੜੇ ਦੁੱਖ ਨਾਲ ਕਹਿੰਦਾ ਹੈ ਕਿ ਜਿਸ ਨੇ ਉਸ ਨੂੰ ਪਿੰਜਰੇ ਵਿੱਚ ਪਾਇਆ ਹੈ, ਉਸ ਜ਼ਾਲਮ ਨੂੰ ਮੇਰਾ ਰੰਗ ਸੋਹਣਾ ਲੱਗਾ, ਮੇਰੀ ਆਵਾਜ਼ ਮਿੱਠੀ ਅਤੇ ਪਿਆਰੀ ਲੱਗੀ, ਪਰ ਇਸ ਨੇ ਮੇਰੇ ਗੁਣਾਂ ਦੀ ਇਹ ਕਦਰ ਕੀਤੀ ਕਿ ਲੁਕ ਕੇ ਜਾਲ ਲਾ ਦਿੱਤਾ ਅਤੇ ਮੈਨੂੰ ਫੜ ਕੇ ਪਿੰਜਰੇ ਵਿੱਚ ਪਾ ਲਿਆ। ਇਸ ਪ੍ਰਕਾਰ ਇਸ ਨੇ ਮੈਨੂੰ ਮੇਰੇ ਸਾਕ ਸੰਬੰਧੀਆਂ ਨਾਲੋਂ ਵਿਛੋੜ ਦਿੱਤਾ। ਹੇ ਮਨੁੱਖ, ਜਿਹੜੀ ਤੂੰ ਮੇਰੀ ਇਸ ਤਰ੍ਹਾਂ ਦੀ ਕਦਰ ਕੀਤੀ ਹੈ, ਇਹ ਕਦਰ ਭੱਠੀ ਵਿੱਚ ਪਵੇ। ਮੈਨੂੰ ਅਜਿਹੀ ਕਦਰ ਦੀ ਜ਼ਰੂਰਤ ਨਹੀਂ। ਮੈਨੂੰ ਅਜਿਹੀ ਗੁਲਾਮੀ ਵਿੱਚ ਪਾਉਣ ਵਾਲੀ ਯਾਰੀ ਦੀ ਵੀ ਲੋੜ ਨਹੀਂ। ਤੇਰੀ ਇਹ ਯਾਰੀ ਖੇ ਵਿੱਚ ਰਲ ਜਾਵੇ। ਸੋ ਇਹ ਸੀ ਭਾਈ ਵੀਰ ਸਿੰਘ ਜੀ ਦੀ ਕਵਿਤਾ ਪਿੰਜਰੇ ਪਿਆ ਪੰਛੀ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਸਾਨੂੰ ਆਜ਼ਾਦ ਪੰਛੀ ਨੂੰ ਪਿੰਜਰੇ ਵਿੱਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਪਿੰਜਰੇ ਦੀ ਕੈਦ ਤੇ ਗੁਲਾਮੀ ਭਰਿਆ ਜੀਵਨ ਉਸ ਲਈ ਦੁੱਖਾਂ ਭਰਿਆ ਅਤੇ ਮਾਰੂ ਹੁੰਦਾ ਹੈ। ਭਾਈ ਵੀਰ ਸਿੰਘ ਜੀ ਦੀ ਅਗਲੀ ਕਵਿਤਾ ਦਾ ਨਾਂ ਹੈ ਵੈਰੀ ਨਾਗ ਦਾ ਪਹਿਲਾ ਝਲਕਾ। ਇਹ ਕਵਿਤਾ ਭਾਈ ਸਾਹਿਬ ਦੀ ਸਮੁੱਚੀ ਕਵਿਤਾ ਵਿੱਚ ਕੁਦਰਤ ਦੇ ਨਿਰੂਪਣ ਦੀ ਇੱਕ ਪ੍ਰਤੀਨਿਧ ਕਵਿਤਾ ਹੈ। ਭਾਈ ਸਾਹਿਬ ਕੁਦਰਤ ਵਿੱਚੋਂ ਕਾਦਰ ਦਾ ਜਲਵਾ ਦੇਖਦੇ ਹਨ ਅਤੇ ਉਹ ਕੁਦਰਤ ਨੂੰ ਇੱਕ ਜਿਉਂਦੀ ਜਾਗਦੀ ਵਸਤੂ ਅਨੁਭਵ ਕਰਦੇ ਹਨ। ਉਹਨਾਂ ਦੀ ਇਸ ਕਵਿਤਾ ਵਿੱਚ ਉਹਨਾਂ ਦੀ ਕੁਦਰਤ ਪ੍ਰਤੀ ਇਸ ਪਹੁੰਚ ਦਾ ਭਲੀ ਭਾਂਤ ਪ੍ਰਗਟਾਵਾ ਹੋਇਆ ਹੈ। ਇਹ ਕਵਿਤਾ ਭਾਈ ਸਾਹਿਬ ਨੇ ਕਸ਼ਮੀਰ ਦੇ ਪ੍ਰਸਿੱਧ ਚਸ਼ਮੇ ਵੈਰੀ ਨਾਗ ਦੀ ਅਦਭੁਤ ਕੁਦਰਤੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਲਿਖੀ ਅਤੇ ਉਸ ਦੀ ਕੁਦਰਤੀ ਸੁੰਦਰਤਾ ਵਿੱਚ ਉਹਨਾਂ ਨੂੰ ਕਾਦਰ ਭਾਵ ਪ੍ਰਭੂ ਦਾ ਸਰੂਪ
ਝਲਕਦਾ ਦਿਖਾਈ ਦਿੰਦਾ ਹੈ। ਭਾਈ ਸਾਹਿਬ ਜੀ ਲਿਖਦੇ ਹਨ, ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿੱਚ ਵੱਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇੱਕ ਸਿਜਦਾ, ਰੰਗ ਫਿਰੋਜੀ ਝਲਕ ਬਲੌਰੀ ਡਲਕ ਮੋਤੀਆਂ ਵਾਲੀ, ਰੂਹ ਵਿੱਚ ਆ ਜਜ਼ਬ ਹੋਏ ਜੀ ਵੇਖ ਵੇਖ ਨਹੀਂ ਰੱਜਦਾ। ਵੈਰੀ ਨਾਗ ਕਸ਼ਮੀਰ ਦੀ ਵਾਦੀ ਵਿੱਚ ਇੱਕ ਚਸ਼ਮਾ ਹੈ। ਕਾਦਰ ਸ਼ਬਦ ਦਾ ਅਰਥ ਹੈ ਸਿਰਜਣਹਾਰ ਭਾਵ ਪਰਮਾਤਮਾ। ਜਲਵਾ ਸ਼ਬਦ ਦਾ ਅਰਥ ਹੈ ਪ੍ਰਕਾਸ਼ ਜਾਂ ਸ਼ੋਭਾ। ਸਿਜਦਾ ਸ਼ਬਦ ਦਾ ਅਰਥ ਹੈ ਨਮਸਕਾਰ। ਬਲੌਰੀ ਸ਼ਬਦ ਦਾ ਅਰਥ ਹੈ ਸ਼ੀਸ਼ੇ ਵਰਗੀ। ਝਲਕ ਸ਼ਬਦ ਦਾ ਅਰਥ ਹੈ ਦ੍ਰਿਸ਼। ਜਜ਼ਬ ਸ਼ਬਦ ਦਾ ਅਰਥ ਹੈ ਸਮਾ ਲੈਣਾ। ਭਾਈ ਸਾਹਿਬ ਵੈਰੀ ਨਾਗ ਚਸ਼ਮੇ ਨੂੰ ਸੰਬੋਧਨ ਕਰਦੇ ਹੋਏ ਲਿਖਦੇ ਹਨ ਕਿ ਹੇ ਵੈਰੀ ਨਾਗ, ਜਦੋਂ ਤੇਰਾ ਵਿਸਮਾਦਮਈ ਨਜ਼ਾਰਾ ਪਹਿਲੀ ਵਾਰ ਮੇਰੀਆਂ ਅੱਖੀਆਂ ਸਾਹਮਣੇ ਆਉਂਦਾ ਹੈ ਤਾਂ ਤੇਰੀ ਕੁਦਰਤੀ ਸੁੰਦਰਤਾ ਵਿੱਚ ਪ੍ਰਭੂ ਦਾ ਚੁੰਧਿਆ ਦੇਣ ਵਾਲਾ ਪ੍ਰਕਾਸ਼ ਦਿਖਾਈ ਦਿੰਦਾ ਹੈ, ਜਿਸ ਨੂੰ ਦੇਖ ਕੇ ਮੇਰਾ ਸਿਰ ਸਿਜਦੇ ਭਾਵ ਨਮਸਕਾਰ ਵਿੱਚ ਝੁਕ ਜਾਂਦਾ ਹੈ। ਤੇਰੇ ਪਾਣੀ ਦਾ ਰੰਗ ਫਿਰੋਜੀ ਹੈ ਜੋ ਕਿ ਸ਼ੀਸ਼ੇ ਵਾਂਗ ਚਮਕਦਾ ਹੈ ਅਤੇ ਉਸ ਦੀ ਝਲਕ ਮੋਤੀਆਂ ਵਰਗੀ ਹੈ। ਤੇਰੀ ਇਹ ਅਦਭੁਤ ਅਤੇ ਰੱਬੀ ਸੁੰਦਰਤਾ ਰੂਹ ਵਿੱਚ ਜਜ਼ਬ ਹੁੰਦੀ ਜਾਂਦੀ ਹੈ ਅਤੇ ਉਸ ਨੂੰ ਦੇਖ ਦੇਖ ਕੇ ਦਿਲ ਰੱਜਦਾ ਨਹੀਂ। ਨਾ ਕੋਈ ਨਾਦ ਸਰੋਦ ਸੁਣੀਵੇ, ਫਿਰ ਸੰਗੀਤ ਰਸ ਛਾਇਆ, ਚੁੱਪ ਚਾਨ ਫਿਰ ਰੂਪ ਤੇਰੇ ਵਿੱਚ ਕਵਿਤਾ ਰੰਗ ਜਮਾਇਆ। ਸਰਦ ਸਰਦ ਪਰ ਛੂਹਿਆ ਤੈਨੂੰ ਰੂਹ ਸਰੂਰ ਵਿੱਚ ਆਵੇ, ਗਹਿਰ ਗੰਭੀਰ ਅਡੋਲ ਸੁਹਾਵੇ, ਤੈਂ ਕਿਹਾ ਜੋਗ ਕਮਾਇਆ। ਸਰੋਦ ਸ਼ਬਦ ਦਾ ਅਰਥ ਹੈ ਰਾਗ ਜਾਂ ਸੰਗੀਤ। ਸਰੂਰ ਸ਼ਬਦ ਦਾ ਅਰਥ ਹੈ ਮਸਤੀ। ਗਹਿਰ ਗੰਭੀਰ ਭਾਵ ਡੂੰਘੇ ਭਾਵ ਵਾਲਾ। ਅਡੋਲ ਸ਼ਬਦ ਦਾ ਅਰਥ ਹੈ ਟਿਕਿਆ ਰਹਿਣ ਵਾਲਾ। ਭਾਈ ਸਾਹਿਬ ਵੈਰੀ ਨਾਗ ਚਸ਼ਮੇ ਨੂੰ ਉਸ ਦੀ ਰਹੱਸਮਈ ਵਿਸਮਾਦ ਨਾਲ ਭਰੀ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਬੜੇ ਅਚੰਭੇ ਨਾਲ ਕਹਿੰਦੇ ਹਨ ਕਿ ਹੇ ਵੈਰੀ ਨਾਗ, ਮੈਨੂੰ ਤੇਰੇ ਨੇੜੇ ਤੇੜੇ ਕੋਈ ਨਾਦ ਵੱਜਦਾ ਜਾਂ ਗਾਇਆ ਜਾ ਰਿਹਾ ਰਾਗ ਸੁਣਾਈ ਨਹੀਂ ਦਿੰਦਾ, ਪਰ ਫਿਰ ਵੀ ਤੇਰੇ ਅਦਭੁਤ ਦ੍ਰਿਸ਼ ਨੂੰ ਦੇਖਦਿਆਂ ਮੈਨੂੰ ਸੰਗੀਤ ਦਾ ਰਸ ਛਾਇਆ ਦਿਖਾਈ ਦੇ ਰਿਹਾ ਹੈ। ਆਲੇ ਦੁਆਲੇ ਭਾਵੇਂ ਚੁੱਪ ਵਰਤੀ ਹੋਈ ਹੈ, ਪਰ ਤੇਰੇ ਰੂਪ ਵਿੱਚ ਕਵਿਤਾ ਦੀ ਸੁੰਦਰਤਾ ਨੇ ਆਪਣਾ ਅਦਭੁਤ ਰੰਗ ਜਮਾਇਆ ਹੋਇਆ ਹੈ। ਤੂੰ ਆਪਣੀ ਠੰਡ ਨਾਲ ਮੈਨੂੰ ਵੀ ਤ੍ਰਿਪਤ ਕਰ ਰਿਹਾ ਹੈ ਅਤੇ ਤੈਨੂੰ ਛੂਹਣ ਨਾਲ ਮੇਰੀ ਰੂਹ ਨੂੰ ਇੱਕ ਅਨੋਖਾ ਸਰੂਰ ਆ ਰਿਹਾ ਹੈ। ਤੂੰ ਬਹੁਤ ਹੀ ਜ਼ਿਆਦਾ ਗੰਭੀਰ ਜਾਪਦਾ ਹੈ। ਤੇਰਾ ਅਡੋਲ ਸੁਹਾਵਣਾ ਅਤੇ ਅਦਭੁਤ ਦ੍ਰਿਸ਼ ਦੇਖ ਕੇ ਮੇਰਾ ਮਨ ਤੈਨੂੰ ਪੁੱਛਦਾ ਹੈ ਕਿ ਤੂੰ ਕਿਹੜੀ ਯੋਗ ਸਾਧਨਾ ਕੀਤੀ ਹੈ, ਜਿਸ ਕਾਰਨ ਤੇਰੇ ਵਿੱਚੋਂ ਅਜਿਹਾ ਰਹੱਸਮਈ ਵਿਸਮਾਦ ਨਾਲ ਭਰਿਆ ਪ੍ਰਭਾਵ ਉਪਜ ਰਿਹਾ ਹੈ। ਅਰਥਾਤ ਤੈਨੂੰ ਇਹ ਉੱਚ ਅਵਸਥਾ ਕਿਸੇ ਕਠਿਨ ਸਾਧਨਾ ਤੋਂ ਪ੍ਰਾਪਤ ਹੋਈ ਜਾਪਦੀ ਹੈ। ਸੋ ਇਹ ਸੀ ਭਾਈ ਵੀਰ ਸਿੰਘ ਜੀ ਦੀ ਕਵਿਤਾ ਵੈਰੀ ਨਾਗ ਦਾ ਪਹਿਲਾ ਝਲਕਾ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਵੈਰੀ ਨਾਗ ਚਸ਼ਮੇ ਦੀ ਕੁਦਰਤੀ ਸੁੰਦਰਤਾ
ਰਹੱਸਮਈ ਵਿਸਮਾਦ ਨਾਲ ਭਰੀ ਹੋਈ ਹੈ। ਉਸ ਦੀ ਸੁੰਦਰਤਾ ਵਿੱਚ ਕਾਦਰ ਦਾ ਜਲਵਾ ਝਲਕਦਾ ਹੈ, ਜਿਸ ਨੂੰ ਦੇਖ ਕੇ ਸਿਰ ਸਿਜਦੇ ਵਿੱਚ ਝੁਕ ਜਾਂਦਾ ਹੈ। ਇਸ ਚਸ਼ਮੇ ਨੂੰ ਰਹੱਸਮਈ ਵਿਸਮਾਦ ਨਾਲ ਭਰੀ ਹੋਈ ਅਵਸਥਾ ਕਿਸੇ ਕਠਿਨ ਸਾਧਨਾ ਤੋਂ ਪ੍ਰਾਪਤ ਹੋਈ ਜਾਪਦੀ ਹੈ। ਭਾਈ ਵੀਰ ਸਿੰਘ ਜੀ ਦੀ ਅਗਲੀ ਕਵਿਤਾ ਹੈ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ। ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੇ ਚਸ਼ਮੇ ਇੱਛਾ ਬਲ ਨਾਲ ਪ੍ਰਸ਼ਨ ਉੱਤਰ ਕੀਤੇ ਹਨ। ਇਸ ਕਵਿਤਾ ਦੇ ਪਹਿਲੇ ਭਾਗ ਵਿੱਚ ਆਪ ਚਸ਼ਮੇ ਨੂੰ ਇੱਕ ਪ੍ਰਸ਼ਨ ਦੁਆਰਾ ਇਹ ਪੁੱਛਦੇ ਹਨ ਕਿ ਸ਼ਾਮ ਪੈਣ ਨਾਲ ਜਦੋਂ ਸਾਰੀ ਕੁਦਰਤ ਟਿਕ ਗਈ ਹੈ ਤਾਂ ਉਸ ਨੇ ਚੱਲਣਾ ਕਿਉਂ ਜਾਰੀ ਰੱਖਿਆ ਹੈ। ਕਵਿਤਾ ਦੇ ਦੂਜੇ ਭਾਗ ਵਿੱਚ ਚਸ਼ਮੇ ਦਾ ਉੱਤਰ ਅੰਕਿਤ ਹੈ, ਜਿਸ ਵਿੱਚ ਉਹ ਦੱਸਦਾ ਹੈ ਕਿ ਪ੍ਰੀਤਮ ਦੇ ਮਿਲਾਪ ਦੀ ਲਗਨ ਰੱਖਣ ਵਾਲੇ ਕਦੇ ਆਰਾਮ ਨਹੀਂ ਕਰਦੇ ਅਤੇ ਉਸ ਦਾ ਮਿਲਾਪ ਪ੍ਰਾਪਤ ਕਰਨ ਦੀ ਧੁਨ ਵਿੱਚ ਰਾਤ ਦਿਨ ਚੱਲਦੇ ਰਹਿੰਦੇ ਹਨ। ਇਹਨਾਂ ਸਤਰਾਂ ਦਾ ਸੰਬੰਧ ਕਵਿਤਾ ਦੇ ਪਹਿਲੇ ਭਾਗ ਅਰਥਾਤ ਕਵੀ ਦੇ ਪ੍ਰਸ਼ਨ ਨਾਲ ਹੈ। ਕਵੀ ਦਾ ਪ੍ਰਸ਼ਨ ਹੈ, ਸੰਝ ਹੋਈ ਪਰ ਛਾਵੇਂ ਛੁਪ ਗਏ, ਕਿਉਂ ਇੱਛਾ ਬਲ ਤੂੰ ਜਾਰੀ, ਨੈ ਸਰੋਦ ਕਰ ਰਹੀ ਉਵੇਂ ਹੀ, ਤੇ ਟੁਰਨੋਂ ਵੀ ਨੈ ਹਾਰੀ, ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ, ਸਹਿਮ ਸਵਾਦਲਾ ਛਾ ਰਿਹਾ ਸਾਰੇ, ਤੇ ਕੁਦਰਤ ਟਿਕ ਗਈ ਸਾਰੀ। ਸੰਝ ਸ਼ਬਦ ਦਾ ਅਰਥ ਹੈ ਸ਼ਾਮ। ਇੱਛਾ ਬਲ ਕਸ਼ਮੀਰ ਦੇ ਇੱਕ ਚਸ਼ਮੇ ਦਾ ਨਾਂ ਹੈ। ਜਾਰੀ ਭਾਵ ਚੱਲ ਰਿਹਾ ਹੈ। ਨੈ ਸ਼ਬਦ ਦਾ ਅਰਥ ਹੈ ਜਲ ਧਾਰਾ। ਸਰੋਦ ਸ਼ਬਦ ਦਾ ਅਰਥ ਹੈ ਰਾਗ। ਸੈਲਾਨੀ ਸ਼ਬਦ ਦਾ ਅਰਥ ਹੈ ਸੈਰ ਕਰਨ ਵਾਲੇ ਜਾਂ ਯਾਤਰੀ। ਸਹਿਮ ਸ਼ਬਦ ਦਾ ਅਰਥ ਹੈ ਆਨੰਦ ਭਰੀ ਚੁੱਪ। ਭਾਈ ਸਾਹਿਬ ਚਸ਼ਮੇ ਨੂੰ ਪ੍ਰਸ਼ਨ ਕਰਦੇ ਹਨ ਕਿ ਹੇ ਇੱਛਾ ਬਲ, ਸ਼ਾਮ ਪੈ ਗਈ ਹੈ, ਦਿਨ ਢਲ ਗਿਆ ਹੈ, ਪਰ ਤੂੰ ਅਜੇ ਵੀ ਉਸੇ ਚਾਲ ਨਾਲ ਚੱਲ ਰਿਹਾ ਹੈ। ਇੱਧਰ ਉੱਧਰ ਸੈਰ ਕਰਨ ਵਾਲੇ ਸੈਲਾਨੀ, ਪੰਛੀ ਅਤੇ ਬਾਗਾਂ ਦੇ ਮਾਲੀ ਸਭ ਆਰਾਮ ਕਰਨ ਲਈ ਆਪਣੇ ਟਿਕਾਣਿਆਂ 'ਤੇ ਚਲੇ ਗਏ ਹਨ ਅਤੇ ਚਾਰੇ ਪਾਸੇ ਇੱਕ ਆਨੰਦ ਭਰੀ ਚੁੱਪ ਦਾ ਸਵਾਦ ਛਾ ਰਿਹਾ ਹੈ। ਸਾਰੀ ਕੁਦਰਤ ਟਿਕ ਗਈ ਹੈ, ਪਰ ਤੂੰ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਇਸ ਦਾ ਕੀ ਕਾਰਨ ਹੈ? ਕਵੀ ਦੁਆਰਾ ਪੁੱਛੇ ਹੋਏ ਪ੍ਰਸ਼ਨ ਦਾ ਉੱਤਰ ਦਿੰਦਾ ਹੋਇਆ ਚਸ਼ਮਾ ਕਹਿੰਦਾ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿੱਤ ਰਹਿੰਦੇ। ਕਵੀ ਦਾ ਪ੍ਰਸ਼ਨ ਸੁਣ ਕੇ ਚਸ਼ਮੇ ਨੇ ਉੱਤਰ ਦਿੱਤਾ ਕਿ ਸੰਝ ਪੈ ਜਾਣ ਉੱਤੇ ਵੀ ਉਸ ਦੇ ਚੱਲਦੇ ਰਹਿਣ ਦਾ ਕਾਰਨ ਉਸ ਦੇ ਅੰਦਰ ਵਸਦੀ ਪ੍ਰੀਤਮ ਦੇ ਮਿਲਾਪ ਦੀ ਖਿੱਚ ਹੈ। ਜਿਨ੍ਹਾਂ ਦੇ ਦਿਲ ਵਿੱਚ ਆਪਣੇ ਪ੍ਰੀਤਮ ਲਈ ਖਿੱਚ ਹੁੰਦੀ ਹੈ, ਉਹ ਕਦੇ ਵੀ ਆਰਾਮ ਨਹੀਂ ਕਰਦੇ। ਜਿਨ੍ਹਾਂ ਅੱਖਾਂ ਨੂੰ ਨਿਹੂ ਲੱਗ ਚੁੱਕਾ ਹੋਵੇ, ਉਹਨਾਂ ਨੂੰ ਕਦੀ ਵੀ ਨੀਂਦ ਨਹੀਂ ਆਉਂਦੀ। ਉਹ ਰਾਤ ਦਿਨ ਪ੍ਰੀਤਮ ਦੀ ਭਾਲ ਲਈ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ ਉਸ ਦੀ ਭਾਲ ਵਿੱਚ ਹੀ ਲੱਗੀਆਂ ਰਹਿੰਦੀਆਂ ਹਨ। ਉਹਨਾਂ ਨੂੰ ਪ੍ਰੀਤਮ ਦੇ ਮਿਲਾਪ ਦੀ ਇੱਕੋ ਲਗਨ ਹੁੰਦੀ ਹੈ। ਇਸ ਕਰਕੇ
ਉਹਨਾਂ ਦੀ ਚਾਲ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ। ਪ੍ਰੀਤਮ ਦੇ ਮਿਲਾਪ ਤੋਂ ਉਰੇ ਉਹਨਾਂ ਦਾ ਕੋਈ ਪੜਾਅ ਨਹੀਂ ਹੁੰਦਾ, ਇਸ ਲਈ ਉਹ ਰਾਤ ਦਿਨ ਆਪਣੀ ਚਾਲੇ ਤੁਰੇ ਰਹਿੰਦੇ ਹਨ। ਭਾਵ ਰੱਬ ਦੇ ਪ੍ਰੇਮੀ ਸੁੱਖ ਆਰਾਮ ਦੀ ਪਰਵਾਹ ਨਹੀਂ ਕਰਦੇ ਅਤੇ ਉਹ ਪ੍ਰੀਤਮ ਦੇ ਮਿਲਾਪ ਦੀ ਤਾਂਘ ਵਿੱਚ ਰਾਤ ਦਿਨ ਯਤਨ ਕਰਦੇ ਰਹਿੰਦੇ ਹਨ। ਸੋ ਇਹ ਸੀ ਭਾਈ ਵੀਰ ਸਿੰਘ ਜੀ ਦੀ ਕਵਿਤਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਰੱਬ ਦੇ ਸੱਚੇ ਪ੍ਰੇਮੀ ਉਸ ਪ੍ਰੀਤਮ ਦਾ ਮਿਲਾਪ ਪ੍ਰਾਪਤ ਕਰਨ ਦੀ ਧੁਨ ਵਿੱਚ ਰਾਤ ਦਿਨ ਯਤਨਸ਼ੀਲ ਰਹਿੰਦੇ ਹਨ ਅਤੇ ਉਸ ਦੇ ਮਿਲਾਪ ਦੀ ਪ੍ਰਾਪਤੀ ਤੋਂ ਉਰੇ ਕੋਈ ਵੀ ਪੜਾਅ ਨਹੀਂ ਕਰਦੇ। ਸੋ ਇਹ ਸੀ 11ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ, ਜਿਨ੍ਹਾਂ ਵਿੱਚ ਭਾਈ ਵੀਰ ਸਿੰਘ ਜੀ ਕੁਦਰਤ ਨੂੰ ਇੱਕ ਜਿਉਂਦੀ ਜਾਗਦੀ ਅਤੇ ਪ੍ਰਕਾਸ਼ਮਈ ਸ਼ਕਤੀ ਮੰਨਦੇ ਹਨ। ਖਿੜੀ ਹੋਈ ਕੁਦਰਤ ਆਪ ਜੀ ਨੂੰ ਖੇੜੇ ਨਾਲ ਭਰਦੀ ਹੈ ਅਤੇ ਭਾਈ ਸਾਹਿਬ ਜੀ ਕੁਦਰਤ ਦੀ ਹਰ ਝਲਕ ਵਿੱਚ ਕਾਦਰ ਦਾ ਜਲਵਾ ਵੇਖਦੇ ਹਨ। ਭਾਈ ਸਾਹਿਬ ਦੀ ਵਿਚਾਰਧਾਰਾ ਗੁਰਮਤਿ ਵਾਲੀ ਹੈ। ਗੁਰਮਤਿ ਵਿਚਾਰਧਾਰਾ ਅਨੁਸਾਰ ਹੀ ਆਪ ਰੱਬ ਤੋਂ ਬੁੱਧੀ ਦੀ ਥਾਂ ਮਨ ਨੂੰ ਟਿਕਾਉਣ ਵਾਲੀ ਮਸਤੀ ਦੀ ਦਾਤ ਮੰਗਦੇ ਹਨ। ਧੰਨਵਾਦ।